ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ ਜੋ ਚੱਲ ਰਹੀਆਂ ਨੇ ਮਾਸਟਰ ਕੇਡਰ ਦੀਆਂ ਪੰਜਾਬੀ ਦੀਆਂ ਨਾਵਲਕਾਰਾਂ ਦੀ ਸੀਰੀਜ਼ ਹੈਗੀ ਆ। ਉਹਦਾ ਤੀਜਾ ਪਾਰਟ ਅੱਜ ਆਪਾਂ ਕਰ ਰਹੇ ਹਾਂ। ਉਹਦੇ ਵਿੱਚ ਗੱਲ ਕਰਦੇ ਹਾਂ ਪੰਜਾਬੀ ਦੇ ਜਿਹੜੇ ਪ੍ਰਸਿੱਧ ਨਾਵਲਕਾਰ ਜਸਵੰਤ ਕੰਵਲ ਜੀ, ਉਹਨਾਂ ਦੀ। ਹਰ ਕੋਈ ਇਹਨਾਂ ਨੂੰ ਜਾਣਦਾ ਹੈਗਾ, ਇਹਨਾਂ ਦੇ ਨਾਵਲਾਂ ਨੂੰ ਕਿਤੇ ਨਾ ਕਿਤੇ ਉਹਨੇ ਪੜ੍ਹਿਆ ਜ਼ਰੂਰ ਹੋਏਗਾ। ਉਹਨਾਂ ਦੀ ਗੱਲ ਕਰਦੇ ਹਾਂ ਸਾਹਿਤਕ ਸਫ਼ਰ ਦੇ ਬਾਰੇ, ਉਹਨਾਂ ਦੇ ਨਾਵਲਾਂ ਦੇ ਬਾਰੇ, ਕਿਹੜੇ ਨਾਵਲ ਲਿਖੇ ਨੇ, ਕਿਹੜੀਆਂ ਕਹਾਣੀਆਂ ਨਿਕਲੀਆਂ, ਉਹਨਾਂ ਦੇ ਬਾਰੇ ਅੱਜ ਸਾਰੀ ਚਰਚਾ ਹੋਵੇਗੀ। ਜਸਵੰਤ ਜੀ ਦਾ ਜਿਹੜਾ ਸਫ਼ਰ ਹੈਗਾ 27 ਜੂਨ 1919 ਤੋਂ ਸ਼ੁਰੂ ਹੁੰਦਾ ਜੀ ਅਤੇ 1 ਫਰਵਰੀ 2020 ਤੱਕ ਚੱਲਦਾ ਗਾ। ਇਸ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬੀ ਦੇ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਦੇ ਵਜੋਂ ਜੋ ਪ੍ਰਸਿੱਧੀ ਹਾਸਲ ਕੀਤੀ ਹੈ, ਉਹਦੇ ਕਰਕੇ 2007 ਦੇ ਵਿੱਚ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ। ਜਸਵੰਤ ਜੀ ਦੀਆਂ ਰਚਨਾਵਾਂ ਦੇ ਬਾਰੇ, ਉਹਨਾਂ ਦੀ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ। ਕਿਹੜੀ ਰਚਨਾ ਕਦੋਂ ਛਪੀ ਹੈ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇਹਦੇ ਵਿੱਚ ਗੱਲ ਕਰਦੇ ਹਾਂ ਜੀ। ਜਨਮ, ਵਿਆਹ ਅਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਬਾਰੇ। ਉਹਨਾਂ ਦਾ ਜਨਮ ਹੈ ਜੀ ਜਿਹੜਾ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿੱਚ ਹੁੰਦਾ। ਮਾਲਾ ਸਿੰਘ ਦੇ ਘਰ ਹੁੰਦਾ 27 ਜੂਨ 1919 ਨੂੰ। ਜ਼ਿਲ੍ਹਾ ਮੋਗਾ ਦੀ ਗੱਲ ਕਰਦੇ ਹਾਂ ਜੀ, ਜਿਹੜਾ ਪਹਿਲਾਂ ਤਹਿਸੀਲ ਰਿਹਾ ਫਰੀਦਕੋਟ ਦੀ। ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਤਾਂ ਤਹਿਸੀਲ ਹੁੰਦਾ ਸੀ, ਤਾਂ ਹੁਣ ਜਿਹੜਾ ਇਹ ਜ਼ਿਲ੍ਹਾ ਬਣ ਗਿਆ। ਇਹਦੇ ਵਿੱਚੋਂ ਫਰੀਦਕੋਟ ਦੇ ਵਿੱਚੋਂ 2 ਜ਼ਿਲ੍ਹੇ ਅਲੱਗ ਕੀਤੇ ਸੀ। ਇੱਕ ਸੀਗਾ ਮੋਗਾ ਅਤੇ ਦੂਸਰਾ ਸੀਗਾ ਸ੍ਰੀ ਮੁਕਤਸਰ ਸਾਹਿਬ। ਇਹ ਉਹਦੇ ਵਿੱਚੋਂ ਅਲੱਗ ਕਰਕੇ ਜ਼ਿਲ੍ਹੇ ਬਣਾਏ ਗਏ ਸੀਗੇ। ਤਾਂ ਕਰਕੇ ਕਈ ਵਾਰ ਪੁਰਾਣੀਆਂ ਕਿਤਾਬਾਂ ਦੇ ਵਿੱਚ ਕਿਤੇ ਫਰੀਦਕੋਟ ਲਿਖਿਆ ਹੋਵੇ ਤਾਂ ਉਹ ਨੋਟ ਕਰ ਲੈਣਾ। ਵਿਆਹ ਦੀ ਗੱਲ ਕਰਦੇ ਹਾਂ। ਵਿਆਹ ਹੁੰਦਾ ਜੀ ਮੁਖਤਿਆਰ ਕੌਰ ਦੇ ਨਾਲ 1943 ਦੇ ਵਿੱਚ। ਉਹਨਾਂ ਦੇ ਜਿਹੜੇ ਬੱਚੇ ਨੇ ਜੀ 4 ਧੀਆਂ ਅਤੇ 1 ਪੁੱਤਰ ਹੁੰਦਾ, ਜਿਨ੍ਹਾਂ ਵਿੱਚੋਂ 3 ਧੀਆਂ ਇਸ ਦੁਨੀਆ ਦੇ ਵਿੱਚ ਨਹੀਂ ਹੈ। ਪੁੱਤਰ ਦੀ ਗੱਲ ਕਰਦੇ ਹਾਂ ਜੀ ਸਰਬਜੀਤ। ਉਹਨਾਂ ਦੇ ਅੱਗੇ 2 ਧੀਆਂ ਨੇ ਜੀ, ਹਰਮੀਤ ਅਤੇ ਸਮੀਤ। ਜ਼ਿੰਦਗੀ ਦੇ ਅਨੁਭਵ ਦੀ ਗੱਲ ਕਰਦੇ ਹਾਂ ਜੀ। ਉਹਨਾਂ ਦੇ ਜਿਹੜਾ ਜ਼ਿੰਦਗੀ ਦਾ ਅਨੁਭਵ ਉਹਨਾਂ ਨੇ ਨਾਵਲਾਂ ਦੇ ਰਾਹੀਂ ਹੋਰ ਰੂਪ ਦੇ ਵਿੱਚ ਸਾਡੇ ਲਈ ਪੇਸ਼ ਕੀਤਾ ਗਾ, ਉਹਦੀ ਗੱਲ ਕਰਦੇ ਹਾਂ ਜੀ। ਉਹਨਾਂ ਨੇ ਮੁੱਢਲੀ ਵਿੱਦਿਆ ਜਿਹੜੀ ਹੈਗੀ ਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਹੈ। ਉਹਨਾਂ ਦੀ ਜਿਹੜੀ ਗਿਆਨੀ ਕੀਤੀ ਹੋਈ ਹੈ ਅਤੇ ਉਹਨਾਂ ਨੇ ਗਿਆਨੀ ਜਿਹੜਾ ਹੈਗਾ ਸੀ ਕੋਰਸ ਕੀਤਾ ਸੀ, ਜਿਹਦੇ ਲਈ ਉਹ 10ਵੀਂ ਦੀ ਜ਼ਰੂਰਤ ਨਹੀਂ ਪੈਂਦੀ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਉਹਨਾਂ ਨੂੰ ਜਿਹੜਾ ਲਿਖਣ ਦੀ ਜਿਹੜੀ ਹੈਗੀ ਹੈ, ਇਹ ਕਿਸ ਤਰ੍ਹਾਂ ਲਿਖਣ ਦਾ ਜਿਹੜਾ ਹੈਗਾ ਸੁਭਾਅ ਪਿਆ, ਉਹਦੀ ਗੱਲ ਕਰਦੇ ਹਾਂ। ਲਿਖਣ ਦੀ ਜਿਹੜੀ ਹੈਗੀ ਹੈ ਚੇਟਕ ਕੈਲਗੀ, ਉਹਨੂੰ ਮਲਾਇਆ ਦੇ ਜੰਗਲਾਂ ਦੇ ਵਿੱਚੋਂ ਜੀ ਕਹਿੰਦੇ ਘੁੰਮਦਿਆਂ ਹੋਇਆਂ ਲੱਗੀ ਹੈ। ਉੱਥੇ ਰਹਿੰਦੇ ਸੀ ਤਾਂ ਉੱਥੋਂ ਦਾ ਜਿਹੜਾ ਅਨੁਭਵ ਸੀ ਉਹਦੇ ਕਰਕੇ ਜਿਹੜਾ ਹੈਗਾ ਸੀ ਉਹ ਲਿਖਣ ਦੇ ਵੱਲ ਪ੍ਰੇਰਿਤ ਹੁੰਦੇ ਆ। ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਦੇ ਨਾਲ ਸੀ। ਕਹਿੰਦੇ ਜੀ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰੰਤੂ ਉਹ ਆਪਣੇ ਦੇਸ਼ ਨੂੰ ਨਹੀਂ ਸੀ ਛੱਡਣਾ ਚਾਹੁੰਦੀ ਅਤੇ ਜਸਵੰਤ ਜੀ ਹੁਣ ਉੱਥੇ ਰਹਿਣਾ ਨਹੀਂ ਸੀ ਚਾਹੁੰਦੇ। ਇਸੇ ਕਰਕੇ ਉਹਨਾਂ ਦੇ ਰਿਸ਼ਤੇ ਦਾ ਜਿਹੜਾ ਹੈਗਾ ਇੱਥੇ ਹੀ ਅੰਤ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਰੋਜੀ ਰੋਟੀ ਤੋਂ ਲੈ ਕੇ ਜਿਹੜਾ ਸਾਹਿਤਕ ਖੇਤਰ ਤੱਕ ਉਹਨਾਂ ਨੇ ਜਿਹੜਾ ਹੈਗਾ ਗਾ ਰੋਜੀ ਰੋਟੀ ਕਮਾਉਣ ਦੀ ਖਾਤਰ ਮਲਾਇਆ ਦੇ ਵਿੱਚ ਜਿਹੜੇ ਹੈਗੇ ਨੌਕਰੀ ਕੀਤੀਆਂ, ਚੌਕੀਦਾਰ ਦੀ ਵੀ ਨੌਕਰੀ ਕੀਤੀ ਆ, ਹੋਰ ਅਨੇਕਾਂ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜਾਂ ਪਿੰਡ ਦੇ ਵਿੱਚ ਸੀਗੇ, ਖੇਤਾਂ ਦੇ ਵਿੱਚ ਕੰਮ ਕਰਦੇ ਸੀ ਛੋਟੇ ਭਰਾ ਦੇ ਨਾਲ, ਇੱਥੋਂ ਤੱਕ ਉਹਨਾਂ ਨੇ ਹਲ ਵੀ ਵਾਹਿਆ ਗਾ। ਉਹਨਾਂ ਦੀ ਨੌਕਰੀ ਦੀ ਗੱਲ ਕਰਦੇ ਹਾਂ ਜੀ। ਨੌਕਰੀ ਜਿਹੜੀ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ ਅਧੀਨ ਜਿਹੜਾ ਹੈਗਾ ਗੁਰੂ ਕੀ ਨਗਰੀ ਦੇ ਵਿੱਚ ਲੱਗਦੀ ਹੈ, ਕਲਰਕ ਦੀ ਜਿਹੜੀ ਹੈਗੀ ਹੈ ਪੋਸਟ ਦੇ ਲਈ। ਉੱਥੇ ਜਾ ਕੇ ਜਿਹੜਾ ਹੈਗਾ ਸੀ ਉਹਨਾਂ ਦਾ ਰਹਿਣਾ ਖਾਣ ਪੀਣ ਦਾ ਪ੍ਰਬੰਧ ਉਹਨਾਂ ਦੇ ਵੱਲੋਂ ਸੀ, ਤਾਂ ਉਹਨਾਂ ਨੂੰ ਹੋਰ ਵੀ ਮੌਕਾ ਮਿਲ ਜਾਂਦਾ ਸਾਹਿਤ ਪੜ੍ਹਨ ਦਾ। ਤਾਂ ਉਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਲਾਇਬ੍ਰੇਰੀ ਦੇ ਵਿੱਚ ਜਾਂਦੇ ਸੀ। ਲਾਇਬ੍ਰੇਰੀ ਦੇ ਵਿੱਚ ਜਾ ਕੇ ਕਿਤਾਬਾਂ ਨੂੰ ਜਿਹੜਾ ਹੈਗਾ ਸੀ ਪੜ੍ਹਦੇ ਸੀਗੇ, ਨਾਵਲ, ਕਹਾਣੀਆਂ, ਜਿਹਦੇ ਨਾਲ ਉਹ ਸਾਹਿਤਕ ਖੇਤਰ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦੀ ਲਾਇਬ੍ਰੇਰੀ ਦੇ ਵਿੱਚੋਂ ਨਾਵਲ ਉਹਨਾਂ ਨੇ ਕਿਤਾਬਾਂ ਪੜ੍ਹੀਆਂ, ਕਹਾਣੀਆਂ ਪੜ੍ਹੀਆਂ, ਉਹਦੇ ਨਾਲ ਉਹਨਾਂ ਦੇ ਸਾਹਿਤਕ ਖੇਤਰ ਨਾਲ ਹੋਰ ਵੀ ਜਿਹੜਾ ਹੈਗਾ ਜੁੜਦੇ ਜਾਂਦੇ ਆ। ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਉਹਨਾਂ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਜੀ ਜੀਵਨ ਕਣੀਆਂ ਦੇ ਰਾਹੀਂ। ਜੀਵਨ ਕਣੀਆਂ ਦਾ ਜਿਹੜਾ ਪਬਲਿਸ਼ਰ ਹੈ ਉਹ ਉਹਨਾਂ ਨੂੰ ਨਾਵਲ ਲਿਖਣ ਦੇ ਲਈ ਪ੍ਰੇਰਿਤ ਕਰਦਾ ਗਾ, ਤਾਂ ਉਹਦੇ ਕਰਕੇ ਜਿਹੜਾ ਹੈਗਾ ਪਹਿਲਾ ਨਾਵਲ ਲਿਖਦੇ ਆ ਜੀ ਸੱਚ ਨੂੰ ਫਾਂਸੀ 1944 ਦੇ ਵਿੱਚ, ਬਹੁਤ ਜ਼ਿਆਦਾ ਪ੍ਰਸਿੱਧ ਹੁੰਦਾ। ਉਸ ਤੋਂ ਬਾਅਦ ਜਿਹੜੇ ਹੈਗੇ ਨੇ ਪਾਠਕ, ਉਹਨਾਂ ਨੂੰ ਜਸਵੰਤ ਜੀ ਦੇ ਜਿਹੜੇ ਹੈਗੇ ਆ
ਨਾਵਲਾਂ ਦੀ ਵੇਟ ਹੁੰਦੀ ਸੀ। ਜਦੋਂ ਕੋਈ ਵੀ ਨਾਵਲ ਉਹਨਾਂ ਦਾ ਆਉਂਦਾ ਸੀ ਤਾਂ ਹੱਥੋਂ ਹੱਥ ਕਹਿੰਦੇ ਵਿਕ ਜਾਂਦਾ ਸੀ। ਇੰਨੀ ਜ਼ਿਆਦਾ ਉਹਨਾਂ ਦਾ ਲੋਕਾਂ ਦੇ ਵਿੱਚ ਕਰੇਜ਼ ਬਣ ਗਿਆ ਸੀਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਜਿਹੜਾ ਇਹ ਸਫ਼ਰ ਸਾਹਿਤਕ ਸਫ਼ਰ ਮਲਾਇਆ ਤੋਂ ਲੈ ਕੇ ਸ਼ੁਰੂ ਹੋਇਆ ਸੀ ਅਤੇ ਪੰਜਾਬ ਦੇ ਵਿੱਚ ਇਹਨੂੰ ਜਿਹੜਾ ਪ੍ਰਵਾਨ ਚੜ੍ਹਿਆ ਗਾ। ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਆ ਜੀ ਗੈਰ ਪੰਜਾਬੀ ਲੇਖਕ ਸੀ, ਉਹਨਾਂ ਤੋਂ ਪ੍ਰਭਾਵਿਤ ਹੋਏ ਸੰਨ 1941-42 ਦੇ ਵਿੱਚ, ਜਿਸ ਦੇ ਕਰਕੇ ਉਹਨਾਂ ਨੇ ਆਪਣੀ ਪਹਿਲੀ ਪੁਸਤਕ ਲਿਖੀ ਸੀ ਜੀਵਨ ਕਣੀਆਂ, ਜਿਸ ਦੇ ਕਰਕੇ ਉਹਨਾਂ ਦੀ ਸਾਹਿਤ ਦੇ ਖੇਤਰ ਦੇ ਵਿੱਚ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਪੰਜਾਬ ਦੇ ਜਿਹੜੇ ਵੱਖ-ਵੱਖ ਮੁੰਡੇ ਕੁੜੀਆਂ ਨੇ ਇਹ ਉਹਨਾਂ ਦੇ ਨਾਵਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਇਹ ਜਿਹੜੇ ਪ੍ਰਭਾਵਿਤ ਹੋਣ ਵਾਲਾ ਹਿੱਸਾ ਹੈਗਾ ਗਾ। ਹੋਰ ਜਿਹੜੇ ਕਿ ਵੀ ਨਾਵਲਕਾਰ ਗੱਲ ਕਰੀਏ ਤਾਂ ਹੋਰ ਕੋਈ ਵੀ ਨਾਵਲਕਾਰ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਿਆ ਜਿੰਨਾ ਕਿ ਉਹਨਾਂ ਦੇ ਦੁਆਰਾ ਬੱਚੇ ਪ੍ਰਭਾਵਿਤ ਹੁੰਦੇ ਆ, ਮੁੰਡੇ ਕੁੜੀਆਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਦੇ ਨਾਵਲਾਂ ਦੀ। ਜਿਹੜੇ ਉਹਨਾਂ ਦੇ ਨਾਵਲ ਛਪੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਉਹਦੇ ਵਿੱਚੋਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੱਚ ਨੂੰ ਫਾਂਸੀ 1944 ਦੇ ਵਿੱਚ ਛਪਦਾ ਜੀ, ਪਾਲੀ 1946 ਦੇ ਵਿੱਚ ਛਪਦਾ ਅਤੇ ਪੂਰਨਮਾਸੀ ਜਿਹੜਾ ਹੈਗਾ 1949 ਦੇ ਵਿੱਚ ਛਪਦਾ। ਜ਼ਿੰਦਗੀ ਦੂਰ ਨਹੀਂ 1953 ਦੇ ਵਿੱਚ ਨਾਵਲ ਛਪਦਾ ਜੀ। ਰਾਤ ਬਾਕੀ ਹੈ ਕਾਫੀ ਪ੍ਰਸਿੱਧ ਹੈ ਜੀ 1954 ਦੇ ਵਿੱਚ। ਸਿਵਲ ਲਾਈਨ 1956 ਦੇ ਵਿੱਚ। ਰੂਪਧਾਰਾ 1959 ਦੇ ਵਿੱਚ। ਹਾਣੀ ਜਿਹੜਾ ਹੈਗਾ ਨਾਵਲ ਉਹ 1961 ਦੇ ਵਿੱਚ ਛਪਦਾ। ਉਦੋਂ ਬਿਨਾਂ ਭਵਾਨੀ 1963 ਦੇ ਵਿੱਚ। ਮਿੱਤਰ ਪਿਆਰੇ ਨੂੰ 1966 ਦੇ ਵਿੱਚ। ਜੇਰਾ ਨਾਵਲ 1968 ਦੇ ਵਿੱਚ ਛਪਦਾ। ਬਰਫ਼ ਦੀ ਅੱਗ 1970 ਦੇ ਵਿੱਚ। ਤਾਰੀਖ ਵੇਖਦੀ ਹੈ 1973 ਦੇ ਵਿੱਚ। ਲਹੂ ਦੀ ਲੋਅ 1975 ਦੇ ਵਿੱਚ। ਮਨੁੱਖਤਾ 1979 ਦੇ ਵਿੱਚ ਨਾਵਲ ਛਪਦਾ ਜੀ। ਮੋੜਾ 1980 ਦੇ ਵਿੱਚ ਛਪਦਾ। ਸੁਰ ਸਾਂਝ 1984 ਦੇ ਵਿੱਚ ਨਾਵਲ ਛਪਦਾ। ਇੰਨਿਆਂ 'ਚੋਂ ਉੱਠੇ ਸੂਰਮਾ ਇਹ 1985 ਦੇ ਵਿੱਚ ਨਾਵਲ ਛਪਦਾ। ਅਹਿਸਾਸ ਅਪ੍ਰੈਲ 1990 ਦੇ ਵਿੱਚ ਨਾਵਲ ਛਪਦਾ ਜੀ। ਖੂਬਸੂਰਤ ਦੁਸ਼ਮਣ 1992 ਦੇ ਵਿੱਚ ਨਾਵਲ ਛਪਦਾ। ਤੋਸਾਲੀ ਦੀ ਹੰਸੋ ਅਗਸਤ 1993 ਦੇ ਵਿੱਚ ਨਾਵਲ ਛਪਦਾ। ਚਿੱਕੜ ਦੇ ਕਵਲ 1996 ਦੇ ਵਿੱਚ। ਰੂਪਮਤੀ 1996 ਦੇ ਵਿੱਚ ਨਾਵਲ ਛਪਦਾ ਜੀ। ਖੂਨ ਦੇ ਸੋਲੇ ਗਾਵੀਆ ਨਾਨਕ ਭਾਗ 1 ਅਤੇ 2। ਇੱਕ ਭਾਗ ਜਿਹੜਾ 96 'ਚ ਛਪਦਾ ਅਤੇ ਦੂਜਾ ਭਾਗ ਇਹਦਾ 1997 ਦੇ ਛਪਦਾ। ਮੁਕਤੀ ਮਾਰਗ 1997 ਦੇ ਵਿੱਚ ਨਾਵਲ ਛਪਦਾ ਜੀ। ਇੱਕ ਹੋਰ ਹੈਲਨ 2001 ਦੇ ਵਿੱਚ ਅਤੇ ਸੁੰਦਰਾਂ 2005 ਦੇ ਵਿੱਚ ਨਾਵਲ ਛਪਦਾ। ਲੱਦਾ ਪਰੀਏ ਨੇ ਚੰਨ ਉਜਾੜ ਵਿੱਚੋਂ ਇਹ 2006 ਦੇ ਵਿੱਚ ਨਾਵਲ ਛਪਦਾ। ਇਹ ਉਹਨਾਂ ਦੇ ਨਾਵਲ ਨੇ ਜਿਹੜੇ ਵੱਖ-ਵੱਖ ਸੰਨ ਦੇ ਵਿੱਚ ਛਪੇ ਨੇ। ਕਹਾਣੀਆਂ ਦੀ ਗੱਲ ਕਰਦੇ ਹਾਂ ਜੀ। ਕਹਾਣੀਆਂ ਦੇ ਵਿੱਚੋਂ ਪਹਿਲਾਂ ਜਿਹੜਾ ਕਹਾਣੀ ਸੰਗ੍ਰਹਿ ਹੈਗਾ ਜੀ ਕੰਡੇ 1950 ਦੇ ਵਿੱਚ ਛਪਦਾ। ਸੰਧੂਰ 1957 ਦੇ ਵਿੱਚ। ਰੂਪ ਦੇ ਰਾਖੇ 1960 ਦੇ ਵਿੱਚ। ਫੁੱਲਾਂ ਦਾ ਮਾਲੀ 1962 ਦੇ ਵਿੱਚ। ਰੂਹ ਦਾ ਹਾਨ 1966 ਦੇ ਵਿੱਚ। ਮਾਈ ਦਾ ਲਾਲ 1972 ਦੇ ਵਿੱਚ। ਹੌਂਕਾ ਤੇ ਮੁਸਕਾਨ 1983 ਦੇ ਵਿੱਚ। ਗਵਾਚੀ ਪੱਗ 1985 ਦੇ ਵਿੱਚ। ਜੰਡ ਪੰਜਾਬ ਦਾ 1995 ਦੇ ਵਿੱਚ। ਲੰਮੇ ਵਾਲਾਂ ਦੀ ਪੀੜ 1995 ਦੇ ਵਿੱਚ ਅਤੇ ਸਾਂਝੀ ਪੀੜ ਜਿਹੜੀ ਹੈਗੀ ਆ 2003 ਦੇ ਵਿੱਚ ਕਹਾਣੀ ਸੰਗ੍ਰਹਿ ਛਪਦਾ ਗਾ। ਰੇਖਾ ਚਿੱਤਰਾਂ ਦੀ ਗੱਲ ਕਰਦੇ ਹਾਂ ਜੀ। ਉਹਨਾਂ ਦੇ ਜਿਹੜੇ ਛਪਦੇ ਨੇ ਉਹਨਾਂ ਦੀ ਗੱਲ ਕਰਦੇ ਹਾਂ। 5 ਨੇ। ਗੋਰਾਮੁਖ ਸੱਜਣਾ ਦਾ 1974 ਦੇ ਵਿੱਚ ਛਪਦਾ। ਜੂਹੂ ਦਾ ਮੋਤੀ ਹੈ ਜਿਹੜਾ 1980 ਦੇ ਵਿੱਚ ਛਪਦਾ। ਮਰਨ ਮਿੱਤਰਾਂ ਦੇ ਅੱਗੇ 1980 ਦੇ ਵਿੱਚ। ਚਿਹਰੇ ਮੋਹਰੇ 2014 ਦੇ ਵਿੱਚ। ਸੰਖੇਪ ਜੀਵਨੀ ਲਾਲਾ ਲਾਜਪਤ ਰਾਏ ਦੇ ਬਾਰੇ ਇਹ ਉਹਨਾਂ ਦੇ ਰੇਖਾ ਚਿੱਤਰ ਨੇ ਜੀ। ਕਵਿਤਾਵਾਂ ਦੀ ਕਾਵਿ ਸੰਗ੍ਰਹਿ ਦੀ ਪਹਿਲਾ ਕਾਵਿ ਸੀਗਾ ਜਿਹੜਾ ਉਹਨਾਂ ਦਾ ਜੀਵਨ ਕਣੀਆਂ 1944 ਦੇ ਵਿੱਚ ਛਪਦਾ ਜੀ। ਦੂਜਾ ਕਾਵਿ ਜਿਹੜਾ ਹੈਗਾ ਜੀ ਭਾਵਨਾ 1961 ਦੇ ਵਿੱਚ। ਤੀਜਾ ਸਾਧਨਾ 2002 ਦੇ ਵਿੱਚ। ਅਰਾਧਨਾ ਕਾਵਿ ਹੈ ਜਿਹੜਾ ਇਹ 2003 ਦੇ ਵਿੱਚ ਛਪਦਾ। ਇਹ ਉਹਨਾਂ ਦੇ 4 ਕਾਵਿ ਸੰਗ੍ਰਹਿ ਨੇ ਕਾਵਿ ਨੇ। ਸਿਆਸੀ ਫੀਚਰ ਅਤੇ ਲੇਖ ਉਹਨਾਂ ਦੁਆਰਾ ਲਿਖੇ ਗਏ। ਸਿੱਖ ਜੱਦੋਜਹਿਦ 1985 ਦੇ ਵਿੱਚ। ਜਤਨਾਮਾ ਦੂਜਾ ਜਤਨਾਮਾ ਜਾਂ ਜ਼ਫਰਨਾਮਾ ਅੱਗੇ 1986 ਦੇ ਵਿੱਚ ਛਪਦਾ ਜੀ। ਜੱਦੋਜਹਿਦ ਜਾਰੀ ਰਹੇ 1987 ਦੇ ਵਿੱਚ ਛਪਦਾ। ਆਪਣਾ
ਕੌਮੀ ਘਰ 1992 ਦੇ ਵਿੱਚ, ਹਾਲ ਮਰੀਦਾਂ ਦਾ ਜੂਨ 1996 ਦੇ ਵਿੱਚ, ਸਾਡੇ ਦੋਸਤ ਸਾਡੇ ਦੁਸ਼ਮਣ 1996 ਦੇ ਵਿੱਚ, ਕਮਲ ਕਹਿੰਦਾ ਰਿਹਾ 1998 ਦੇ ਵਿੱਚ, ਪੰਜਾਬ ਦਾ ਸੱਚ 1999 ਦੇ ਵਿੱਚ, ਭਗਤੀ ਤੇ ਸ਼ਕਤੀ ਦਾ ਸੱਚ 1999 ਦੇ ਵਿੱਚ, ਕੌਮੀ ਵਹਿਸੀਅਤ ਪੰਜਾਬੀਆਂ ਦੇ ਈਮਾਨ ਦੀ ਪਰਖ ਹੈ 2003 ਦੇ ਵਿੱਚ ਛਪਦਾ ਜੀ, ਸੱਚ ਕੀ ਬੇਲਾ 2005 ਦੇ ਵਿੱਚ ਛਪਦਾ, ਪੰਜਾਬੀਓ ਜੀਣਾ ਕਿ ਮਰਨਾ 2008 ਦੇ ਵਿੱਚ, ਕੌਮੀ ਲਲਕਾਰ 2008 ਦੇ ਵਿੱਚ, ਪੰਜਾਬ ਤੇਰਾ ਕੀ ਬਣੂ 2010 ਦੇ ਵਿੱਚ, ਰੁੜ ਚੱਲਿਆ ਪੰਜਾਬ 2011 ਦੇ ਵਿੱਚ, ਪੰਜਾਬ ਦੀ ਬੰਗਾਰ 2013 ਦੇ ਵਿੱਚ, ਪੰਜਾਬ ਦਾ ਹੱਕ ਸੱਚ 2014 ਵਿੱਚ। ਇਹ ਉਹਨਾਂ ਦੇ ਸਿਆਸੀ ਲੇਖ ਨੇ ਜੀ, ਸਿਆਸੀ ਫੀਚਰ ਵਾਲੇ ਲੇਖ ਨੇ। ਸਵੈ ਜੀਵਨੀ ਅਤੇ ਜੀਵਨ ਦੇ ਅਨੁਭਵ ਦੀ ਗੱਲ ਕਰਦੇ ਹਾਂ, ਉਹਨਾਂ ਨੇ ਜਿਹੜੀ ਇੱਕ ਜੀਵਨੀ ਹੈ ਅਤੇ ਦੋ ਸਵੈ ਜੀਵਨੀਆਂ ਨੇ। ਪੁੰਨਿਆਂ ਦਾ ਚਾਨਣ ਜੀਵਨੀਆਂ 2007 ਦੇ ਵਿੱਚ, ਰੂਹ ਦੀਆਂ ਹੇਕਾਂ 2015 ਦੇ ਵਿੱਚ ਸਵੈ ਜੀਵਨੀਆਂ ਜੀ ਉਹਨਾਂ ਦੀ। ਧੁਰ ਦਰਗਾਹ ਇਹ ਉਹਨਾਂ ਦੀ ਸਵੈ ਜੀਵਨੀਆਂ 2017 ਦੇ ਵਿੱਚ ਛਪਦੀ ਹੈ। ਬੱਚਿਆਂ ਦੇ ਲਈ, ਗੱਭਰੂਆਂ ਦੇ ਲਈ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਲਿਖਿਆ ਜਾਂਦਾ ਉਹਦੀ ਗੱਲ ਕਰਦੇ ਹਾਂ ਜੀ। 7 ਨਾਵਲ ਨੇ ਜੀ ਉਹਨਾਂ ਦੇ ਲਈ। ਇੱਕ ਕਹਾਣੀਆਂ ਦਾ ਸੰਗ੍ਰਹਿ ਹੈਗਾ, ਉਹਦੀ ਗੱਲ ਕਰਦੇ ਹਾਂ। ਪਹਿਲਾ ਹੈਗਾ ਜੀ ਹੁਨਰ ਦੀ ਜਿੱਤ ਨਾਵਲ 1964 ਦੇ ਵਿੱਚ ਛਪਦਾ ਜੀ। ਜੰਗਲ ਦੇ ਸ਼ੇਰ ਨਾਵਲ ਹੈ ਜਿਹੜਾ 1974 ਦੇ ਵਿੱਚ ਛਪਦਾ। ਸੂਰਮੇ 1978 ਦੇ ਵਿੱਚ, ਮੂਮਲ 1983 ਦੇ ਵਿੱਚ, ਨਵਾਂ ਸੰਨਿਆਸ 1993 ਦੇ ਵਿੱਚ, ਕਾਲਾ ਹੰਸ 1995 ਦੇ ਵਿੱਚ, ਝੀਲ ਦੇ ਮੋਤੀ 1995 ਦੇ ਵਿੱਚ, ਕੀੜੀ ਦਾ ਹੰਕਾਰ ਕਹਾਣੀ ਸੰਗ੍ਰਹਿ ਜੀ 1996 ਦੇ ਵਿੱਚ। ਕਹਾਣੀਆਂ ਨੇ ਇਹਦੇ ਵਿੱਚ ਛਪੀਆਂ ਹੋਈਆਂ। ਇਹ ਬੱਚਿਆਂ ਅਤੇ ਗੱਭਰੂਆਂ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ। ਅਨੁਵਾਦ ਕਿਹੜੀਆਂ ਪੁਸਤਕਾਂ ਦਾ ਕੀਤਾ ਜੀ? 2 ਪੁਸਤਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ। ਦੇਵਦਾਸ ਇਹ 1964 ਦੇ ਵਿੱਚ ਕੀਤਾ ਜੀ। ਮਾਰਕਸੀ ਲੈਨਨ ਪੱਖ ਤੋਂ ਜਿਹੜਾ ਅਮਲ ਦੀ ਮਹੱਤਤਾ, ਇਹ ਦੂਸਰੀ ਬੁੱਕ ਹੈ ਉਹਨਾਂ ਦੀ ਜਿਹਦਾ ਉਹਨਾਂ ਨੇ ਅਨੁਵਾਦ ਕੀਤਾ ਗਾ। ਰਚਨਾਵਾਂ ਦੇ ਸੰਗ੍ਰਹਿ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਉਹਦੇ ਵਿੱਚੋਂ ਪਹਿਲਾ ਹੈਗਾ ਜੀ ਮੇਰੀ ਪ੍ਰਤੀਨਿਧ ਰਚਨਾ 1995 ਦੇ ਵਿੱਚ ਛਪਦੀ ਹੈ। ਨਾਵਲ ਦੇ ਬਾਰੇ ਉਹਨਾਂ ਦੇ 4 ਭਾਗ ਛਪੇ ਨੇ ਜੀ। 4 ਭਾਗ ਜਸਵੰਤ ਕੰਵਲ ਦੇ ਨਾਵਲ ਭਾਗ 1, 2, 3, 4। ਇਹ ਚਾਰੋਂ ਭਾਗ 1997 ਦੇ ਵਿੱਚ ਛਪਦੇ ਆ। ਉਸ ਤੋਂ ਬਾਅਦ ਖੂਨ ਦੇ ਸੋਲੇ ਗਾਵੀਆ ਨਾਨਕ, ਇਹਦਾ ਭਾਗ ਪਹਿਲਾ ਅਤੇ ਦੂਜਾ, ਇਹ 1999 ਦੇ ਵਿੱਚ ਛਪਦਾ। ਮੇਰੀਆਂ ਕਹਾਣੀਆਂ ਦੇ 4 ਭਾਗ ਨੇ ਜੀ। ਇਹਦੇ ਵਿੱਚੋਂ ਪਹਿਲਾ ਭਾਗ ਅਤੇ ਦੂਜਾ ਭਾਗ 2005 ਦੇ ਵਿੱਚ ਛਪਦਾ। ਮੇਰੀਆਂ ਕਹਾਣੀਆਂ ਤੀਜਾ ਭਾਗ ਅਤੇ ਚੌਥਾ ਭਾਗ 2006 ਦੇ ਵਿੱਚ ਛਾਪਿਆ ਜਾਂਦਾ। ਅਤੇ ਲਾਸਟ ਜਿਹੜਾ ਹੈਗਾ ਜੀ ਜਸਵੰਤ ਕੰਵਲ ਦੀਆਂ ਜਿਹੜੀਆਂ ਸ੍ਰੇਸ਼ਟ ਕਹਾਣੀਆਂ ਨੇ 2010 ਦੇ ਵਿੱਚ ਛਪਦੀਆਂ ਨੇ। ਉਹਨਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਜਿਹੜੀਆਂ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੁੰਦੀਆਂ, ਉਹਨਾਂ ਦੀ ਗੱਲ ਕਰਦੇ ਹਾਂ। ਪਹਿਲਾ ਹੈਗਾ ਜੀ ਹਾਣੀ ਨਾਵਲ ਜਿਹੜਾ ਹੈਗਾ ਉਹਨਾਂ ਦਾ ਹਿੰਦੀ ਦੇ ਵਿੱਚ ਵੀ ਅਨੁਵਾਦ ਹੁੰਦਾ ਅਤੇ ਉਸ ਤੋਂ ਬਿਨਾਂ ਉਰਦੂ ਦੇ ਵਿੱਚ ਵੀ ਅਨੁਵਾਦ ਹੁੰਦਾ। ਜ਼ਫ਼ਰਨਾਮਾ ਜੀ ਦਾ ਅਦਰ ਜ਼ਫ਼ਰਨਾਮਾ ਇੰਗਲਿਸ਼ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਵੀ ਅਨੁਵਾਦ ਹੁੰਦਾ। ਇਹਦਾ ਦੂਸਰਾ ਜ਼ਫ਼ਰਨਾਮਾ ਹਿੰਦੀ ਦੇ ਵਿੱਚ ਅਨੁਵਾਦ ਹੁੰਦਾ। ਉਸ ਤੋਂ ਬਾਅਦ ਡਾਊਨ ਆਫ ਦਾ ਬਲੱਡ ਇੰਗਲਿਸ਼ ਦੇ ਵਿੱਚ ਅਨੁਵਾਦ ਹੈ ਜੀ। ਤਸਾਲੀ ਦੀ ਹੰਸੋ, ਬਾਕੀ ਸਾਰੇ ਹਿੰਦੀ ਦੇ ਵਿੱਚ ਅਨੁਵਾਦ ਹੈ ਜੀ। ਤਸਾਲੀ ਦੀ ਹੰਸੋ, ਰੂਪਮਤੀ, ਮਾਨਵਤਾ, ਪੂਰਨਵਾਸੀ, ਇਹ ਸਾਰੇ ਹਿੰਦੀ ਦੇ ਵਿੱਚ ਉਹਨਾਂ ਦੇ ਅਨੁਵਾਦ ਹੋਏ ਪੁਸਤਕਾਂ ਨੇ। ਉਹਨਾਂ ਨੂੰ ਵੱਖ-ਵੱਖ ਲੇਖਕਾਂ ਦੇ ਵੱਲੋਂ ਅਨੁਵਾਦ ਕੀਤਾ ਗਿਆ ਗਾ। ਲੇਖਾ ਜੋਖਾ ਜੀ ਉਹਨਾਂ ਨੇ ਕਿੰਨੀਆਂ ਕਿਤਾਬਾਂ ਲਿਖੀਆਂ, ਕਿੰਨੇ ਨਾਵਲ, ਉਹਨਾਂ ਦਾ ਸਾਰਾ ਆਪਾਂ ਗੱਲ ਕਰਦੇ ਹਾਂ ਜੀ। ਕੁੱਲ ਉਹਨਾਂ ਨੇ 101 ਕਿਤਾਬ ਕਹਿ ਲਈਏ ਪੁਸਤਕਾਂ ਲਿਖੀਆਂ ਨੇ, ਕਿਤਾਬਾਂ ਲਿਖੀਆਂ ਨੇ। ਉਹਨਾਂ ਦੇ ਵਿੱਚੋਂ 8 ਜਿਹੜੀਆਂ ਬੱਚਿਆਂ ਨਾਲ ਸੰਬੰਧਿਤ ਨੇ, ਭਾਵ ਗੱਭਰੂਆਂ ਭਾਵ ਨੌਜਵਾਨਾਂ ਨਾਲ ਸੰਬੰਧਿਤ ਹੈ। ਅਤੇ ਉਹਦੇ ਵਿੱਚੋਂ ਨਾਵਲ 36, ਕਹਾਣੀ ਸੰਗ੍ਰਹਿ ਜਿਹੜੇ ਹੈਗੇ 12, ਸਿਆਸੀ ਫੀਚਰ ਵਾਲੇ ਲੇਖ ਦੀ ਗੱਲ ਕੀਤੀ ਆ ਉਹ 17 ਸੀਗੇ। ਰੇਖਾ ਚਿੱਤਰ 5, ਜੀਵਨੀ ਦੇ ਅਨੁਭਵ ਨਾਲ ਸੰਬੰਧਿਤ ਉਹਨਾਂ ਦੀਆਂ 3 ਕਿਤਾਬਾਂ ਸੀਗੀਆਂ, ਜਿਹਦੇ ਵਿੱਚ ਜੀਵਨੀ ਸਵੈ ਜੀਵਨੀ ਦੀ ਗੱਲ ਕੀਤੀ ਸੀਗੀ। ਵਾਰਤਕ ਕਾਵਿ ਜਿਹੜੇ ਹੈਗੇ ਸੀਗੇ ਉਹ 6 ਸੀ। ਰਚਨਾ ਸੰਗ੍ਰਹਿ 11। ਅਨੁਵਾਦ ਕੀਤੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਪੁਸਤਕਾਂ ਨੇ 2, ਉਹਨਾਂ ਨੇ ਅਨੁਵਾਦ ਕੀਤਾ ਗਾ 2 ਪੁਸਤਕਾਂ ਦਾ। ਉਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਬਾਕੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈਆਂ ਉਹ 9 ਪੁਸਤਕਾਂ ਨੇ। ਇਹ ਉਹਨਾਂ ਦੀਆਂ ਕਿਤਾਬਾਂ ਨੇ, ਜਿਹੜੀਆਂ ਪੁਸਤਕਾਂ ਨੇ, ਭਾਵ ਉਹਨਾਂ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਉਹਨਾਂ ਨੇ 101 ਕਿਤਾਬਾਂ ਲਿਖੀਆਂ ਨੇ, ਉਹਨਾਂ ਦਾ ਸਾਰੀ ਡਿਟੇਲ ਹੈਗੀ ਹੈ। ਨਾਵਲ ਕਿੰਨੇ ਨੇ, ਕਹਾਣੀਆਂ ਕਿੰਨੀਆਂ ਨੇ, ਉਹਨਾਂ ਦੀ ਸਾਰੀ ਆਪਾਂ ਗੱਲ ਕੀਤੀ। ਮਾਣ ਸਨਮਾਨ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਜਿਹੜਾ ਹੈਗਾ ਨਾਵਲ ਤਸਾਲੀ ਦੀ ਹੰਸੋ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 2007 ਦੇ ਵਿੱਚ ਉਹਨਾਂ ਨੂੰ ਪੰਜਾਬੀ ਸਾਹਿਤ
ਸ਼੍ਰੋਮਣੀ ਦਾ ਪੁਰਸਕਾਰ ਮਿਲਿਆ। ਇਹ ਮਾਣ ਸਨਮਾਨ ਨੇ ਜੋ ਉਹਨਾਂ ਦਾ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਦਿੱਤੇ ਗਏ ਨੇ। ਧੰਨਵਾਦ ਜੀ, ਤੁਸੀਂ ਸਾਰੀ ਇਸ ਵੀਡੀਓ ਨੂੰ ਦੇਖਿਆ। ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ। ਇਸ ਦੇ ਨਾਲ ਜਿਹੜਾ ਹੈਗਾ ਹੋਰ ਕਿਸੇ ਦਾ ਵੀ ਭਲਾ ਹੋ ਸਕੇ, ਇਸੇ ਉਮੀਦ ਦੇ ਨਾਲ ਜਿਹੜਾ ਹੈਗਾ ਸਾਡਾ ਇੱਕ ਉਪਰਾਲਾ ਹੈਗਾ ਕਿ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇ ਸਕੀਏ, ਜਿਸ ਦੇ ਨਾਲ ਹੋਰ ਬਹੁਤ ਸਾਰਿਆਂ ਦਾ ਵੀ ਭਲਾ ਹੋ ਸਕੇ। ਇਸੇ ਉਮੀਦ ਦੇ ਵਿੱਚ ਕਿ ਤੁਸੀਂ ਵੀ ਇਸ ਨੂੰ ਸ਼ੇਅਰ ਕਰੋਗੇ, ਜਿਸ ਦੇ ਨਾਲ ਹੋਰ ਕਿਸੇ ਦਾ ਵੀ ਭਲਾ ਹੋਵੇ। ਇਹ ਉਮੀਦ ਦੇ ਨਾਲ ਅਗਲੀ ਵੀਡੀਓ ਦਾ ਤੁਸੀਂ ਇੰਤਜ਼ਾਰ ਕਰੋ ਜੀ। ਮਿਲਦੇ ਹਾਂ ਅਗਲੇ ਇੱਕ ਹੋਰ ਟੌਪਿਕ ਦੇ ਨਾਲ। ਧੰਨਵਾਦ ਜੀ।